ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਚੌਥਾ ਕਰ ਦੂਜਾ ਛੰਤ ਏਕ ਓਂਕਾਰ ਸਤਿਗੁਰੂ ਪ੍ਰਸਾਦ। ਮੁੰਦ ਇਆਣੀ ਪਈੜੇ ਕਿਉਂ ਕਰ ਹਰ ਦਰਸ਼ਨ ਪਿਖੇ। ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੇ ਕੰਮ ਸਿੱਖੇ। ਸਹੁਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ। ਸਈਆਂ ਵਿੱਚ ਫਿਰੇ ਸੁਹੇਲੀ ਹਰ ਦਰਗੇ ਬਾਲ ਡਾਏ। ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੇ। ਮੁੰਦ ਇਆਣੀ ਪਈੜੇ ਗੁਰਮੁਖ ਹਰ ਦਰਸ਼ਨ ਦਿਖੇ। ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ। ਹਉਮੈ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤਿ ਖਾਦਾ। ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬੋਲਾ ਗੁਰਮੁਖ ਹਰ ਪਾਇਆ। ਹਰ ਸਤ ਸੱਤੇ ਮੇਰੇ ਬਾਬੁਲਾ ਹਰ ਜਨ ਮਿਲ ਜਮ ਸੋਹੰਦੀ। ਹਰ ਸਤ ਸੱਤੇ ਮੇਰੇ ਬਾਬੁਲਾ ਹਰ ਜਨ ਮਿਲ ਜਮ ਸੋਹੰਦੀ। ਪੇਵਕੜੇ ਹਰ ਜਪ ਸੁਹੇਲੀ ਵਿੱਚ ਸਹੁਰੜੇ ਖਰੀ ਸੋਹੰਦੀ। ਸਹੁਰੜੇ ਵਿੱਚ ਖਰੀ ਸੋਹੰਦੀ ਜਿਨ ਪੇਵਕੜੇ ਨਾਮ ਸੰਭਾਲਿਆ। ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਢਾਲਿਆ। ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬੋਲਾ ਹਰ ਜਨ ਮਿਲ ਜਮ ਸੁਹੰਦੀ। ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ। ਹਰ ਕੱਪੜੋ ਹਰ ਸੋਭਾ ਦੇਵੋ ਜਿਸ ਸਵਰੇ ਮੇਰਾ ਕਾਜੋ। ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ। ਖੰਡ ਬ੍ਰਹਮੰਡ ਹਰ ਸੋਭਾ ਹੋਈ ਇਹ ਦਾਨ ਨ ਰਲੇ ਰਲਾਇਆ। ਹੋਰ ਮਨਮੁਖ ਦਾਜ ਜੋ ਰਖ ਦਿਖਾਲੇ ਸੋ ਕੂੜ ਅਹੰਕਾਰ ਕਚ ਪਾਜੋ। ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ। ਹਰ ਰਾਮ ਨਾਮ ਮੇਰੇ ਬਾਬੋਲਾ ਪਰ ਮਿਲ ਧਨ ਵੇਲ ਵਧੰਦੀ। ਹਰ ਜੁਗੋ ਜੁਗੋ ਸਦ ਪੀੜੀ ਗੁਰ ਚਲੰਦੀ। ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ। ਹਰ ਜੁਗੋ ਸਦ ਪੀੜੀ ਗੁਰ ਚਲੰਦੀ। ਜੁਗ ਜੁਗ ਪੀੜੀ ਚਲੇ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ। ਹਰ ਪੁਰਖ ਨ ਕਭੀ ਬਿਨਸੇ ਜਾਵੇ ਨਿਤ ਦੇਵੇ ਚੜੇ ਸਵਾਇਆ। ਨਾਨਕ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ। ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ। ਨਾਨਕ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ। ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ। ਗੁਰੂ ਜੀ ਕਹਿੰਦੇ ਹਨ ਕਿ ਜੇ ਜੀਵ ਰੂਪ ਇਸਤਰੀ ਪੇਕੇ ਘਰ ਵਿੱਚ ਭਾਵ ਸੰਸਾਰ ਵਿੱਚ ਨਾ ਸਮਝਵਾਣੀ ਵਾਲੀ ਬਣੀ ਰਹੀ ਤਾਂ ਉਹ ਪਤੀ ਰੂਪ ਭਾਵ ਕਿਸੇ ਪ੍ਰਕਾਰ ਦੇ ਸ਼ੁਭ ਕਰਮ ਨਾ ਕੀਤੇ ਤਾਂ ਉਹ ਪਤੀ ਰੂਪ ਪ੍ਰਭੂ ਦਾ ਦਰਸ਼ਨ ਕਿਵੇਂ ਪ੍ਰਾਪਤ ਕਰ ਸਕਦੀ ਹੈ। ਭਾਵ ਫਿਰ ਉਹ ਦਰਸ਼ਨ ਨਹੀਂ ਕਰ ਸਕਦੀ। ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਤਾਂ ਜੀਵ ਰੂਪੀ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਰੂਪ ਪਤੀ ਦੇ ਚਰਨਾਂ ਵਿੱਚ
ਉਪਯੋਗੀ ਸਿੱਧ ਹੋਣ ਵਾਲੇ ਕਰਮ ਕਰਨੇ ਸਿੱਖਦੀ ਹੈ। ਗੁਰੂ ਦੀ ਸਰਨੀ ਪੈ ਕੇ ਜੀਵ ਰੂਪ ਇਸਤਰੀ ਉਹ ਕੰਮ ਸਿੱਖਦੀ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਪਤੀ ਰੂਪ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚ ਸਕੇ। ਭਾਵ ਜੀਵ ਰੂਪ ਇਸਤਰੀ ਸਦਾ ਪਰਮਾਤਮਾ ਦਾ ਨਾਮ ਸਿਮਰਦੀ ਹੈ। ਸਤਸੰਗੀਆਂ ਰੂਪ ਸਹੇਲੀਆਂ ਵਿੱਚ ਰਹਿ ਕੇ ਇਸ ਲੋਕ ਵਿੱਚ ਸੌਖੀ ਤੁਰਦੀ ਵਿਚਰਦੀ ਹੈ, ਸੌਖਾ ਜੀਵਨ ਬਿਤਾਉਂਦੀ ਹੈ ਅਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਬੇਫਿਕਰ ਹੋ ਕੇ ਪਹੁੰਚਦੀ ਹੈ। ਉਹ ਜੀਵ ਰੂਪ ਇਸਤਰੀ ਪਰਮਾਤਮਾ ਦਾ ਨਾਮ ਸਦਾ ਜਪ ਕੇ ਧਰਮਰਾਜ ਦਾ ਲੇਖਾ, ਧਰਮਰਾਜ ਦੇ ਲੇਖੇ ਦੀ ਬਾਕੀ ਉੱਤੇ ਲੀਕ ਫਰਵਾ ਲੈਂਦੀ ਹੈ। ਭਾਵ ਮੁਕਾ ਲੈਂਦੀ ਹੈ, ਬਾਕੀ ਦਾ ਲੇਖਾ ਮੁਕਾ ਲੈਂਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜੀਵ ਰੂਪ ਅਵਾਣ ਇਸਤਰੀ, ਪੇਕੇ ਘਰ ਵਿੱਚ ਇਸ ਸੰਸਾਰ ਵਿੱਚ ਰਹਿ ਕੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਰੂਪ ਪਤੀ ਦਾ ਦਰਸ਼ਨ ਕਰ। ਹੇ ਮੇਰੇ ਪਿਤਾ, ਪ੍ਰਭੂ ਰੂਪ ਪਤੀ ਨਾਲ ਮੇਰਾ ਵਿਆਹ ਹੋ ਗਿਆ ਹੈ। ਗੁਰੂ ਦੀ ਸਿੱਖਿਆ ਉੱਤੇ ਚੱਲ ਕੇ ਮੈਂ ਪਰਮਾਤਮਾ ਰੂਪ ਪਤੀ ਪ੍ਰਾਪਤ ਕਰ ਲਿਆ ਹੈ। ਗੁਰੂ ਨੇ ਗਿਆਨ ਦਾ ਇਤਨਾ ਪ੍ਰਚੰਡ ਪ੍ਰਕਾਸ਼ ਕੀਤਾ ਹੈ ਕਿ ਅਗਿਆਨ ਦਾ ਅੰਧੇਰਾ ਦੂਰ ਹੋ ਗਿਆ ਹੈ। ਗੁਰੂ ਦਾ ਦਿੱਤਾ ਗਿਆਨ ਮੇਰੇ ਅੰਦਰ ਚਮਕ ਪਿਆ ਹੈ। ਮਾਇਆ ਮੋਹ ਦਾ ਹਨੇਰਾ ਦੂਰ ਹੋ ਗਿਆ ਹੈ। ਉਸ ਪ੍ਰਕਾਸ਼ ਦੀ ਬਰਕਤ ਨਾਲ ਮੈਨੂੰ ਪਰਮਾਤਮਾ ਦਾ ਨਾਮ ਰੂਪ ਕੀਮਤੀ ਰਤਨ ਲੱਭ ਪਿਆ ਹੈ। ਗੁਰੂ ਦੀ ਮੱਤ 'ਤੇ ਤੁਰਿਆ ਮੇਰੇ ਹਉਮੈ ਦਾ ਰੋਗ ਦੂਰ ਹੋ ਗਿਆ ਹੈ। ਹਉਮੈ ਦਾ ਦੁੱਖ ਖਤਮ ਹੋ ਗਿਆ ਹੈ। ਗੁਰੂ ਦੇ ਗਿਆਨ ਨਾਲ ਮੇਰਾ ਆਪਾ ਭਾਵ ਖਤਮ ਹੋ ਗਿਆ ਹੈ। ਗੁਰੂ ਦੀ ਸ਼ਰਨ ਪਿਆ ਮੈਨੂੰ ਉਹ ਖਸਮ ਮਿਲ ਗਿਆ ਹੈ ਜਿਸ ਦੀ ਹਸਤੀ ਨੂੰ ਕਦੇ ਕੋਈ ਖੋ ਨਹੀਂ ਸਕਦਾ, ਜੋ ਨਾਸ ਰਹਿਤ ਹੈ, ਜੋ ਨਾ ਕਦੇ ਮਰਦਾ ਹੈ ਅਤੇ ਨਾ ਜੰਮਦਾ ਹੈ। ਹੇ ਮੇਰੇ ਪਿਤਾ, ਗੁਰੂ ਦੀ ਸਰਨੀ ਪੈ ਕੇ ਮੇਰਾ ਪਰਮਾਤਮਾ ਰੂਪ ਪਤੀ ਨਾਲ ਵਿਆਹ ਹੋ ਗਿਆ ਹੈ। ਮੈਨੂੰ ਪਰਮਾਤਮਾ ਮਿਲ ਗਿਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਪਿਤਾ, ਹਰ ਰੂਪ ਮੇਰਾ ਪਤੀ ਸਤ ਸਰੂਪੀ ਅਤੇ ਸਦੀਵੀ ਹੈ। ਹਰ ਨਾਮ ਦੇ ਮੇਲ ਨਾਲ ਬਣੀ ਸੋਹਣੀ ਜੰਝ ਵੀ ਬਹੁਤ ਸ਼ੋਭਾ ਵਾਲੀ ਹੈ। ਜੀਵ ਰੂਪ ਇਸਤਰੀ ਇਹਨਾਂ ਸਤਸੰਗੀਆਂ ਵਿੱਚ ਰਹਿ ਕੇ ਪੇਕੇ ਘਰ ਵਿੱਚ ਇਸ ਸੰਸਾਰ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਸੁਖੀ ਜੀਵਨ ਬਤੀਤ ਕਰਦੀ ਹੈ ਅਤੇ ਪਰਲੋਕ ਵਿੱਚ ਵੀ ਬਹੁਤ ਸੋਭਾ ਪਾਉਂਦੀ ਹੈ। ਇਹ ਯਕੀਨ ਜਾਣੋ ਕਿ ਜਿਸ ਜੀਵ ਰੂਪ ਇਸਤਰੀ ਨੇ ਪੇਕੇ ਘਰ ਵਿੱਚ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹ ਸਹੁਰੇ ਘਰ ਵਿੱਚ ਵੀ
ਬਹੁਤ ਸ਼ੋਭਾ ਪਾਉਂਦੀਆਂ ਹਨ। ਗੁਰੂ ਦੀ ਸ਼ਰਨ ਪੈ ਕੇ ਉਹਨਾਂ ਜੀਵ ਰੂਪ ਇਸਤਰੀਆਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਕੇ ਵਸ ਵਿੱਚ ਲਿਆ ਕੇ ਸੰਸਾਰਿਕ ਖੇਡ ਭਾਵ ਸ਼ਤਰੰਜ ਦੀ ਖੇਡ ਖੇਡੀ ਹੈ ਅਤੇ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਨਾਲ ਮਿਲ ਕੇ ਪਰਮਾਤਮਾ ਰੂਪ ਪਤੀ ਨਾਲ ਸੋਹਣਾ ਮਿਲਾਪ ਹੋ ਜਾਂਦਾ ਹੈ। ਉਹ ਸਰਵ ਵਿਆਪਕ ਤੇ ਆਨੰਦ ਦਾ ਸੋਮਾ ਖਸਮ ਰੂਪ ਪ੍ਰਭੂ ਮਿਲ ਪੈਂਦਾ ਹੈ। ਹੇ ਮੇਰੇ ਪਿਤਾ, ਪ੍ਰਭੂ ਰੂਪ ਪਤੀ ਸਦਾ ਕਾਇਮ ਰਹਿਣ ਵਾਲਾ ਹੈ। ਉਸ ਪਤੀ ਨਾਲ ਮਿਲਾਪ ਕਰਾਉਣ ਵਾਸਤੇ ਉਸ ਪ੍ਰਭੂ ਦੇ ਭਗਤ ਜਨ ਮਿਲ ਕੇ ਮਾਨੋ ਸੋਹਣੀ ਜੰਝ ਬਣਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਪਿਤਾ, ਮੈਂ ਤੇਥੋਂ ਦਾਜ ਮੰਗਦੀ ਹਾਂ। ਮੈਨੂੰ ਹਰੀ ਰੂਪ ਪ੍ਰਭੂ ਦੇ ਨਾਮ ਦਾ ਦਾਜ ਦਿਓ ਅਤੇ ਹਰੀ ਦੇ ਕੱਪੜੇ ਦੇ, ਮੈਨੂੰ ਹਰੀ ਦੇ ਨਾਮ ਦਾ ਹੀ ਦਾਜ ਤੇ ਗਹਿਣੇ ਆਦਿਕ ਧਨ ਦੇ। ਇਸੇ ਦਾਜ ਨਾਲ ਮੇਰਾ ਪ੍ਰਭੂ ਰੂਪ ਪਤੀ ਨਾਲ ਵਿਆਹ ਸੋਹਣਾ ਲੱਗ ਪਵੇਗਾ। ਪਰਮਾਤਮਾ ਦੀ ਭਗਤੀ ਨਾਲ ਹੀ ਪਰਮਾਤਮਾ ਨਾਲ ਵਿਆਹ ਦਾ ਉਦਮ ਸੁਖਦਾਈ ਬਣਦਾ ਹੈ। ਜਿਸ ਜੀਵ ਰੂਪ ਮੁਟਿਆਰ ਨੂੰ ਗੁਰੂ ਨੇ ਸਤਿਗੁਰ ਨੇ ਇਹ ਦਾਜ ਦਿਵਾਇਆ ਹੈ, ਉਹ ਹਰ ਰੂਪ ਨਾਮ ਦੇ ਦਾਜ ਨਾਲ ਉਸ ਦੀ ਸੋਭਾ ਉਸ ਦੇ ਦੇਸ਼ ਵਿੱਚ ਸੰਸਾਰ ਵਿੱਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ ਅਤੇ ਸਾਰੇ ਖੰਡਾਂ ਅਤੇ ਬ੍ਰਹਿਮੰਡਾਂ ਵਿੱਚ ਪਰਮਾਤਮਾ ਦੇ ਨਾਮ ਦੀ ਵਡਿਆਈ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਮਨੁੱਖ ਜਿਹੜਾ ਦਾਜ ਰੱਖ ਕੇ ਵਿਖਾਲਾ ਪਾਉਂਦੇ ਹਨ, ਉਹ ਝੂਠਾ ਹੰਕਾਰ ਪੈਦਾ ਕਰਨ ਵਾਲਾ ਹੈ। ਉਹ ਕੱਚਾ ਸਮਾਨ ਹੈ। ਉਹ ਨਿਰਾਧਰ ਦਿਖਾਵਾ ਹੈ, ਸਿਰਫ ਹੰਕਾਰ ਵਾਲਾ ਹੈ। ਹੇ ਮੇਰੇ ਪਿਤਾ, ਮੈਨੂੰ ਹਰੀ ਰੂਪ ਪ੍ਰਭੂ ਦੇ ਨਾਮ ਦਾ ਦਾਨ ਬਖਸ਼ੋ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਪਿਤਾ, ਹਰੀ ਰੂਪ ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ ਰੂਪ ਇਸਤਰੀ ਦਾ ਵੰਸ਼ ਅੱਗੇ ਚੱਲ ਪੈਂਦਾ ਹੈ। ਅਨੇਕਾਂ ਯੁਗਾਂ ਤੋਂ ਸਦਾ ਤੋਂ ਹੀ ਗੁਰੂ ਦੀ ਪ੍ਰਭੂ ਰੂਪ ਪਤੀ ਦੀ ਪੀੜ੍ਹੀ ਅੱਗੇ ਚੱਲ ਪੈਂਦੀ ਹੈ ਅਤੇ ਹਰ ਇੱਕ ਯੁੱਗ ਵਿੱਚ ਸਤਿਗੁਰ ਦੀ ਪੀੜ੍ਹੀ ਨਾਦੀ ਸੰਤਾਨ ਚੱਲ ਪੈਂਦੀ ਹੈ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ। ਉਹ ਗੁਰੂ ਦੀ ਪੀੜ੍ਹੀ ਹਨ, ਉਹ ਗੁਰੂ ਦੀ ਨਾਦੀ ਸੰਤਾਨ ਹਨ। ਪਰਮਾਤਮਾ ਰੂਪ ਐਸਾ ਪਤੀ ਹੈ ਜੋ ਕਦੇ ਵੀ ਨਾਸ਼ ਨਹੀਂ ਹੁੰਦਾ, ਜੋ ਕਦੇ ਵੀ ਨਹੀਂ ਮਰਦਾ। ਉਹ ਸਦਾ ਦਾਤਾਂ ਬਖਸ਼ਦਾ ਹੈ। ਉਸ ਦੀ ਦਾਤ ਸਦਾ ਵੱਧਦੀ ਰਹਿੰਦੀ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਭਗਤ ਜਨ ਤੇ ਭਗਤਾਂ ਦਾ ਪਿਆਰਾ ਪ੍ਰਭੂ ਇੱਕ ਰੂਪ ਹਨ। ਪਰਮਾਤਮਾ ਦਾ ਨਾਮ ਜਪ ਕੇ ਜੀਵ ਰੂਪ ਇਸਤਰੀ ਸ਼ੋਭਾਸ਼ਾਲੀ ਹੋ ਜਾਂਦੀ ਹੈ। ਹੇ ਮੇਰੇ ਪਿਤਾ ਰੂਪ ਪਤੀ ਨਾਲ ਰਾਮ ਪਤੀ ਨਾਲ ਮਿਲ ਕੇ ਜੀਵ ਰੂਪ ਇਸਤਰੀ ਦੀ ਪੀੜ੍ਹੀ ਚੱਲ ਪੈਂਦੀ ਹੈ, ਭਾਵ ਉਸ ਦੀ ਸੰਗਤ ਵਿੱਚ ਰਹਿ ਕੇ ਹੋਰ ਅਨੇਕਾਂ ਜੀਵ ਮਨੁੱਖ ਸਿਮਰਨ ਦੇ ਰਾਹੇ ਪੈ ਜਾਂਦੇ ਹਨ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਲਈ ਇਹ ਸੰਸਾਰ ਪੇਕਾ ਘਰ ਹੈ
ਅਤੇ ਪਰਮਾਤਮਾ ਰੂਪ ਪਤੀ ਨਾਲ ਵਿਆਹੇ ਜਾਣ ਉਪਰੰਤ ਉਹ ਈਸ਼ਵਰੀ ਦਰਗਾਹ ਰੂਪ ਸਹੁਰੇ ਘਰ ਜਾਂਦੀ ਹੈ। ਗੁਰੂ ਸ਼ਬਦ ਦੀ ਸਿੱਖਿਆ ਦੁਆਰਾ ਹਰ ਰੂਪ ਪਤੀ ਦੀ ਪ੍ਰਾਪਤੀ ਹੁੰਦੀ ਹੈ ਜੋ ਸਦੀਵੀ ਹੈ ਅਤੇ ਸਤਸੰਗ ਰੂਪ ਜੰਝ ਬਹੁਤ ਸ਼ੋਭਾ ਵਾਲੀ ਹੁੰਦੀ ਹੈ। ਗੁਰਮੁਖ ਜੀਵ ਰੂਪ ਇਸਤਰੀ ਚੰਗੇ ਕਰਮਾਂ ਦਾ ਦਾਜ ਲੈ ਕੇ ਜਾਂਦੀ ਹੈ। ਮਨਮੁਖ ਦੇ ਝੂਠੇ ਕਰਮਾਂ ਦਾ ਭਾਜ ਉਗੜ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਰਨਾਮ ਹੀ ਸੱਚਾ ਦਾਨ ਹੈ, ਜਿਸ ਨੂੰ ਪ੍ਰਾਪਤ ਕਰਕੇ ਜੀਵ ਸੁਰਖਰੂ ਹੁੰਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।